ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਆਪਾਂ ਅਸ਼ਟਪਦੀ 19ਵੀਂ ਤੇ ਪਦ 5ਵਾਂ ਵਿਚਾਰ ਜਾ ਰਹੇ ਹਾਂ। ਜਿਵੇਂ ਅਕਸਰ ਬੇਨਤੀ ਕਰਦੇ ਹਾਂ ਕਿ ਕੋਈ ਵੀ ਪ੍ਰਾਣੀ ਇਸ ਧਰਤੀ 'ਤੇ ਇੰਨਾ ਸਿਆਣਾ ਨਹੀਂ ਹੈ, ਇੰਨਾ ਵਿਵੇਕ ਬੁੱਧ ਵਾਲਾ ਨਹੀਂ ਹੈ ਜਿਹੜਾ ਗੁਰੂ ਦੀਆਂ ਰਮਜ਼ਾਂ ਨੂੰ ਪੂਰੀ ਤਰ੍ਹਾਂ ਸਮਝ ਸਕੇ। ਜਿੰਨੀ ਸੱਚੇ ਪਾਤਸ਼ਾਹ ਮਿਹਰ ਕਰਦੇ ਹਨ, ਕਿਰਪਾ ਕਰਦੇ ਹਨ, ਓਨਾ ਪ੍ਰਾਣੀ ਵਿਚਾਰ ਕਰ ਸਕਦਾ ਹੈ, ਓਨਾ ਬੋਲ ਸਕਦਾ ਹੈ ਤੇ ਓਨਾ ਹੀ ਸੁਣ ਸਕਦਾ ਹੈ। ਸੱਚੇ ਪਾਤਸ਼ਾਹ ਦੀ ਰਹਿਮਤ ਹੀ ਇਨਸਾਨ ਉੱਤੇ ਬਖਸ਼ਿਸ਼ ਹੈ। ਗੁਰੂ ਪਿਆਰਿਓ, ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਸੁਖਮਣੀ ਸਾਹਿਬ ਦੀ ਰਚਨਾ ਕਰਕੇ ਲੋਕਾਈ ਦੇ ਉੱਤੇ ਇੱਕ ਬਹੁਤ ਵੱਡਾ ਅਹਿਸਾਨ ਕੀਤਾ ਹੈ। ਸੁਖ ਮਣੀ, ਸੁੱਖਾਂ ਦੀ ਮਣੀ, ਸੁੱਖਾਂ ਦਾ ਖਜ਼ਾਨਾ, ਆਨੰਦ ਦਾ ਅੰਮ੍ਰਿਤ, ਸ਼ਾਂਤੀ ਸੱਚੇ ਪਾਤਸ਼ਾਹ ਨੇ ਬਖਸ਼ੀ ਹੈ ਮਨੁੱਖਤਾ ਉੱਤੇ। ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਸੁਖਮਣੀ ਸਾਹਿਬ ਦੇ ਵਿੱਚ 24,000 ਅੱਖਰਾਂ ਦੀ ਵਰਤੋਂ ਕੀਤੀ ਹੈ। 24 ਅਸ਼ਟਪਦੀਆਂ ਤੇ ਇੱਕ ਅਸ਼ਟਪਦੀ ਦੇ 8 ਪਦ ਹਨ। 3 ਘੜੀਆਂ ਦਾ ਇੱਕ ਪਹਿਰ ਬਣਦਾ ਹੈ। ਸੱਚੇ ਪਾਤਸ਼ਾਹ ਨੇ 8 ਪਦ 8 ਪਹਿਰਾਂ ਨਾਲ ਮਿਲਾਏ ਹਨ, ਕਿਉਂਕਿ ਬਾਣੀ ਅਮਰ ਹੈ, ਪ੍ਰਭੂ ਅਮਰ ਹੈ। ਇੱਕ ਪਾਸੇ ਅਮਰ ਹੈ, ਇੱਕ ਪਾਸੇ ਚੱਲਣਹਾਰ ਹੈ। ਇਨਸਾਨ ਚੱਲਣਹਾਰ ਹੈ, ਸਮਾਂ ਚੱਲਣਹਾਰ ਹੈ। ਦੋਨੇ ਹੀ ਅਸਥਾਈ ਹਨ ਤੇ ਵਾਹਿਗੁਰੂ ਅਕਾਲ ਪੁਰਖ ਸਦੀਵੀ ਹੈ। ਪ੍ਰਾਣੀ ਨੂੰ 24 ਘੰਟਿਆਂ ਵਿੱਚ 24,000 ਸਵਾਸ ਆਉਂਦੇ ਹਨ। 1 ਘੰਟੇ ਦੇ ਵਿੱਚ 1,000। ਜਿੰਨੇ ਵੀ ਸਵਾਸ ਆਉਂਦੇ ਹਨ ਉਹ ਅਕਾਲ ਪੁਰਖ ਦੀ ਮਿਹਰ ਨਾਲ ਹੀ ਆਉਂਦੇ ਹਨ। ਇੱਕ ਇੱਕ ਸਵਾਸ ਦੀ ਉਹ ਬਖਸ਼ਿਸ਼ ਕਰਦਾ ਹੈ ਪ੍ਰਾਣੀ ਉੱਤੇ। ਧੰਨ ਧੰਨ ਗੁਰੂ ਅਰਜਨ ਦੇਵ ਜੀ ਪ੍ਰਾਣੀ ਨੂੰ ਪ੍ਰਭੂ ਨਾਲ ਹਮੇਸ਼ਾ ਦੇ ਲਈ ਜੋੜਨ ਦੇ ਲਈ ਇਹ ਵਿਧੀ ਸਮਝਾਉਂਦੇ ਹਨ, ਇਹ ਤਰੀਕਾ ਦੱਸਦੇ ਹਨ ਕਿ ਇੱਕ ਇੱਕ ਸਵਾਸ ਨੂੰ ਤੂੰ ਸਫਲਾ ਕਰ ਲੈ। ਆਪਣੇ ਆਪ ਨੂੰ ਬਾਹਰ ਕੱਢ ਕੇ ਸਾਰਾ ਕੁਝ ਉਹਨੂੰ ਸੌਂਪ ਦੇ। ਤੇਰਾ ਹੈ ਹੀ ਨਹੀਂ, ਫਿਰ ਤੇਰਾ ਜ਼ੋਰ ਕਾਹਦਾ। ਤੂੰ ਸਮਰਪਣ ਕਰ ਦੇ ਤੇ ਆਪਣਾ ਸੰਘਰਸ਼, ਆਪਣਾ ਮਸ਼ੱਕਤ ਸ਼ੁਰੂ ਕਰ ਦੇ। ਜਪੀ ਚੱਲ, ਜਪੀ ਚੱਲ, ਫਿਰ ਮਿਹਰ ਦੀ ਬਖਸ਼ਿਸ਼ ਦੀ ਨਦੀ ਫੁੱਟੇਗੀ, ਜਿਹੜੀ ਤੈਨੂੰ ਲਪੇਟ ਦੇ ਵਿੱਚ ਲੈ ਕੇ ਗੁਰੂ ਦੇ ਚਰਨਾਂ ਦੇ ਵਿੱਚ ਬਿਠਾ ਦੇਵੇਗੀ ਤੇ ਹਮੇਸ਼ਾ ਦੇ ਲਈ ਤੂੰ ਆਨੰਦ ਪ੍ਰਾਪਤ ਕਰ ਲਵੇਗਾ। 24 ਘੰਟੇ 24,000 ਅੱਖਰ, 1,000 ਅੱਖਰ, 1,000 ਸਵਾਸ 1 ਘੰਟੇ ਦੇ ਵਿੱਚ। ਪੂਰੇ ਦੇ ਪੂਰੇ ਸੱਚੇ ਪਾਤਸ਼ਾਹ ਨੇ ਸਵਾਸ ਅਮਰ ਬਣਾਉਣ ਦੇ ਲਈ ਪ੍ਰਾਣੀ ਨੂੰ ਮੱਤ ਦਿੱਤੀ ਹੈ। ਸੁਖਮਣੀ ਸਾਹਿਬ ਦੇ ਵਿੱਚ
ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ 3 ਪ੍ਰਮੁੱਖ ਵਿਸ਼ੇ ਚੁਣੇ ਹਨ। ਪਹਿਲਾ, ਪ੍ਰਭੂ ਦੀ ਉਸਤਤ ਮਹਿਮਾ, ਉਹਦਾ ਵਿਰਾਟ ਰੂਪ, ਉਹਦਾ ਵਿਸਤਾਰ, ਉਹਦੀ ਨਿਮਰਤਾ, ਉਹਦਾ ਇਨਸਾਨ ਪ੍ਰਤੀ ਪਿਆਰ। ਦੂਸਰਾ ਵਿਸ਼ਾ, ਸੱਚੇ ਪਾਤਸ਼ਾਹ ਨੇ ਉਹਨਾਂ ਭਗਤ ਜਨਾਂ ਦਾ ਚੁਣਿਆ ਹੈ ਜਿਹੜੇ ਉਹਨੂੰ ਪਿਆਰ ਕਰਦੇ ਹਨ, ਜਿਹੜੇ ਉਹਦੇ ਉੱਤੋਂ ਘੋਲ ਘਮਾਏ ਜਾਂਦੇ ਹਨ, ਬਲਹਾਰੇ ਜਾਂਦੇ ਹਨ, ਆਪਣਾ ਆਪ ਵਾਰ ਦਿੰਦੇ ਹਨ। ਸੱਚੇ ਪਾਤਸ਼ਾਹ ਨੇ ਇੱਕ ਚੱਲਣਹਾਰ ਨੂੰ ਅਚਲ ਦੇ ਨਾਲ ਜੋੜਿਆ ਹੈ। ਜੁੜਨਾ ਉਹਦੀ ਕਿਰਪਾ ਦੇ ਨਾਲ ਹੈ, ਗੁਰਪ੍ਰਸਾਦ ਦੇ ਨਾਲ ਜੁੜਨਾ ਹੈ, ਪਰ ਘਾਲਣਾ ਉਹਨੂੰ ਘਾਲਣੀ ਪੈਣੀ ਹੈ। ਸੱਚੇ ਪਾਤਸ਼ਾਹ ਨੇ ਇਸ ਪਦ ਦੇ ਵਿੱਚ ਮਾਇਆ ਨੂੰ ਦਰਸਾਇਆ ਹੈ ਕਿ ਪ੍ਰਾਣੀ ਭੁੱਲਣਹਾਰ ਹੈ, ਅਸਲੀ ਨਾਲੋਂ ਟੁੱਟ ਕੇ ਨਕਲੀ ਦੇ ਨਾਲ ਜੁੜਿਆ ਹੋਇਆ ਹੈ, ਕਿਉਂਕਿ ਉਹਨੂੰ ਸਮਝ ਨਹੀਂ ਹੈ ਕਿ ਕੱਚਾ ਕੌਣ ਹੈ, ਪੱਕਾ ਕੌਣ ਹੈ। ਪਿਆਰ ਕਰਨ ਵਾਲੇ, ਭਗਤੀ ਕਰਨ ਵਾਲੇ, ਜਨ ਦਰਵੇਸ਼ ਦਾਸ, ਸੰਤ ਮਹਾਂਪੁਰਸ਼, ਸਾਧੂ ਸੱਚੇ ਪਾਤਸ਼ਾਹ ਨੇ ਬਹੁਤ ਸਤਿਕਾਰੇ ਹਨ, ਬਹੁਤ ਪਿਆਰੇ ਹਨ। ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਦੇ ਚਰਨਾਂ ਦੀ ਧੂੜੀ ਲੋਚੀ ਹੈ, ਉਹਨਾਂ ਦੀ ਸੇਵਾ ਮੰਗੀ ਹੈ ਕਿ ਜੇ ਉਹ ਮੈਨੂੰ ਮਿਲ ਜਾਣ ਮੈਂ ਉਹਨਾਂ ਉੱਤੋਂ ਕੁਰਬਾਨ ਹੋ ਜਾਵਾਂ। ਪਿਆਰੇ ਨੂੰ ਪਿਆਰ ਕਰਨ ਵਾਲੇ ਮਹਾਨ ਹਨ। ਤੀਜਾ ਵਿਸ਼ਾ, ਸੱਚੇ ਪਾਤਸ਼ਾਹ ਨੇ ਉਹਨਾਂ ਮਾਇਆ ਦਾਸਾਂ ਦਾ ਚੁਣਿਆ ਹੈ ਜਿਹੜੇ ਸਾਰਾ ਕੁਝ ਛੱਡ ਕੇ ਮਾਇਆ ਦੇ ਗੁਲਾਮ ਬਣ ਜਾਂਦੇ ਹਨ, ਮਾਇਆ ਦਾ ਟੋਕਰਾ ਢੋਂਦੇ ਹਨ, ਮਾਇਆ ਦੀ ਸੇਵਾ ਕਰਦੇ ਹਨ। ਬੇਸ਼ੱਕ ਉਹ ਪੂਰੇ ਆਪਣੇ ਧਿਆਨ ਦੇ ਨਾਲ ਆਪਣੇ ਬਣਾਏ ਹੋਏ ਹੁਕਮ ਦੇ ਪ੍ਰਵਾਨ ਦੇ ਨਾਲ ਸੱਚਮੁੱਚ ਮਾਇਆ ਭਗਤ ਹਨ, ਜੋੜੀ ਜਾਂਦੇ ਹਨ, ਜੋੜੀ ਜਾਂਦੇ ਹਨ, ਲੱਖਾਂ ਲੱਖਾਂ ਕਰੋੜਾਂ ਕਰੋੜਾਂ। ਧਨ ਦਾ ਕੋਈ ਅੰਤ ਨਹੀਂ ਹੈ, ਕੋਈ ਹੱਦ ਨਹੀਂ ਹੈ। ਮਾਇਆ ਨੂੰ ਕਾਬੂ ਕਰਨ ਦੇ ਤਰੀਕੇ ਬਣਾਉਂਦੇ ਹਨ, ਮਾਇਆ ਨੂੰ ਜਮ੍ਹਾਂ ਕਰਨ ਦੇ ਤਰੀਕੇ ਭਾਲਦੇ ਹਨ, ਪਰ ਮਾਇਆ ਉਹਨਾਂ ਨੂੰ ਬੰਨ੍ਹ ਲੈਂਦੀ ਹੈ ਵੱਡੇ ਵੱਡੇ ਸੰਗਲਾਂ ਦੇ ਵਿੱਚ, ਕੈਦੀ ਬਣਾ ਲੈਂਦੀ ਹੈ। ਉਹਨਾਂ ਨੂੰ ਪਤਾ ਵੀ ਨਹੀਂ ਲੱਗਦਾ ਕਿ ਉਹ ਬੰਨ੍ਹੇ ਗਏ ਹਨ। ਬੇਸ਼ੱਕ ਖੁੱਲ੍ਹੇ ਤੁਰਦੇ ਹਨ, ਫਿਰਦੇ ਹਨ, ਉਹਨਾਂ ਨੂੰ ਮਾਇਆ ਦੇ ਸੰਗਲ ਦਿਸਦੇ ਨਹੀਂ ਹਨ। ਬੇਪਰਵਾਹ, ਬੇਸਮਝ, ਇਹ ਨਹੀਂ ਜਾਣਦੇ ਕਿ ਉਹਨਾਂ ਦੀ ਆਜ਼ਾਦੀ ਮੁੱਕ ਗਈ ਹੈ। ਉਹ ਗੁਲਾਮ ਹੋ ਗਏ ਹਨ। ਪ੍ਰੀਤਮ ਪਿਆਰੇ ਉਹਨਾਂ ਦੀ
ਹੀ ਗੱਲ ਕਰਦੇ ਹਨ ਕਿ ਉਹ ਦਿਲ ਪਰਚਾਵੇ ਦੇ ਲਈ ਨਿੰਦਿਆ ਚੁਗਲੀ ਵੀ ਕਰਦੇ ਹਨ, ਭਗਤ ਜਨਾਂ ਦਾ ਨਿੰਦਨ ਵੀ ਕਰਦੇ ਹਨ, ਜਲੀਲ ਵੀ ਕਰਦੇ ਹਨ। ਜਿੱਥੋਂ ਤੱਕ ਹੋ ਸਕੇ ਪ੍ਰਭੂ ਦੇ ਪਿਆਰਿਆਂ ਨੂੰ ਪਰੇਸ਼ਾਨ ਕਰਦੇ ਹਨ। ਗੁਰੂ ਮਹਾਰਾਜ ਨੇ ਇਸ ਪਦ ਦੇ ਵਿੱਚ ਮਿਹਰ ਕੀਤੀ ਹੈ, ਤੂੰ ਕਿਆ ਲਵਟਾਵੈ ਮੂਰਖ ਮਨਾ। ਕਿਉਂ ਤੂੰ ਚਿੰਬੜਿਆ ਹੋਇਆ ਬੇਸਮਝ ਮਨਾ। ਬੇਸਮਝ ਮੇਰੀਏ ਜਿੰਦੜੀਏ, ਤੂੰ ਕਿਉਂ ਲਿਪਟੀ ਹੋਈ ਹੈ ਇਹ ਮਾਇਆ ਦੇ ਰੰਗਾਂ ਦੇ ਨਾਲ। ਕਿਉਂ ਆਪਣੇ ਆਪ ਨੂੰ ਤੈਂ ਬੰਨ੍ਹ ਲਿਆ ਹੈ। ਕਦੇ ਸੋਚਿਆ ਵੀ ਨਹੀਂ ਕਿ ਹੁਣ ਨਿਕਲੇਗੀ ਕਿਵੇਂ। ਸੁਤ ਮੀਤ ਕੁਟੁੰਬ ਔਰ ਬਨਾਤਾ। ਬਨਾਤਾ ਸਪੈਨਿਸ਼ ਦਾ ਸ਼ਬਦ ਹੈ। ਧੰਨ ਧੰਨ ਗੁਰੂ ਮਹਾਰਾਜ ਨੇ ਇੱਕ ਇੱਕ ਲਫ਼ਜ਼, ਇੱਕ ਇੱਕ ਅੱਖਰ ਤੋਲ ਤੋਲ ਕੇ ਜੋੜਿਆ ਹੈ, ਚੁਣਿਆ ਹੈ, ਤੇ ਸਾਰੀਆਂ ਹੀ ਬੋਲੀਆਂ ਦੇ ਸ਼ਬਦ ਸ਼ਾਮਲ ਕੀਤੇ ਹਨ। ਸੁਤ ਮੀਤ ਕੁਟੁੰਬ ਔਰ ਬਨਾਤਾ। ਬਨਾਤਾ ਪੁੱਤਰ ਮਿੱਤਰ, ਪਰਿਵਾਰ ਕਬੀਲਾ, ਔਰ ਬਨਿੱਤਾ ਆਪਣੀ ਧਰਮ ਪਤਨੀ। ਇਨਸਾਨ ਨੂੰ ਸਮਝਾਇਆ ਹੈ ਕਿ ਤੇਰਾ ਇਹਨਾਂ ਦੇ ਵਿੱਚ ਕੌਣ ਹੈ। ਤੂੰ ਕਿਹਦੇ ਉੱਤੇ ਅਧਿਕਾਰ ਜਮਾਈ ਬੈਠਾ ਹੈ। ਤੇਰੇ ਨਾਲ ਧਨ ਨੇ ਨਹੀਂ ਜਾਣਾ। ਸੰਗ ਨਾ ਚਾਲਸ ਤੇਰੇ ਧਨਾ। ਤੇਰੇ ਨਾਲ ਜਦੋਂ ਮਰਦਾ ਹੈ, ਦੁਨੀਆ ਛੱਡਣੀ ਹੈ, ਕੱਲਾ ਆਇਆ ਤੇ ਕੱਲੇ ਨੇ ਜਾਣਾ ਹੈ। ਇਹ ਢੇਰੀਆਂ ਇੱਥੇ ਰਹਿ ਜਾਣੀਆਂ ਹਨ। ਤੇਰੇ ਬੈਂਕ ਬੈਲੈਂਸ ਕਿਸੇ ਨੇ ਪੁੱਛਣੇ ਨਹੀਂ। ਤੇਰੀ ਜੋੜੀ ਹੋਈ ਮਾਇਆ ਉੱਤੇ ਰੌਲੇ ਪੈਣੇ ਹਨ। ਅਧਿਕਾਰਾਂ ਦੇ ਜਿਹੜੇ ਅਧਿਕਾਰ ਤੈਂ ਜਿਉਂਦੇ ਜੀ ਐਸਟੈਬਲਿਸ਼ ਕੀਤੇ ਹਨ, ਬਣਾਏ ਹਨ, ਪਰ ਫਿਰ ਵੀ ਤੂੰ ਚਿੰਬੜਿਆ ਹੋਇਆ ਹੈ। ਜਿਵੇਂ ਕਿਰਲਾ ਛੱਤ ਦੇ ਨਾਲ ਚਿੰਬੜ ਜਾਂਦਾ ਹੈ, ਜਿਸ ਤਰ੍ਹਾਂ ਮੱਕੜੀ ਆਪਣੇ ਜਾਲ ਦੇ ਨਾਲ ਚਿੰਬੜ ਜਾਂਦੀ ਹੈ, ਤੂੰ ਬਿਲਕੁਲ ਜੁੜ ਗਿਆ ਧਨ ਦੇ ਨਾਲ। ਤੈਨੂੰ ਸਮਝ ਨਹੀਂ ਹੈ, ਤੂੰ ਮੂਰਖ ਹੈ, ਬਿਲਕੁਲ ਅਕਲਹੀਣ। ਤੂੰ ਕਿਆ ਲਵਟਾਵੇ ਮੂਰਖ ਮਨਾ। ਤੇਰਾ ਦਿਮਾਗ ਕੰਮ ਨਹੀਂ ਕਰਦਾ। ਸੁਤ ਮੀਤ ਕੁਟੁੰਬ ਔਰ ਬਨਿੱਤਾ, ਸਾਰੇ ਦੇ ਸਾਰੇ ਇੱਥੇ ਰਹਿਣ ਵਾਲੇ ਹਨ। ਤੇ ਤੋਂ ਬਾਅਦ ਵਿੱਚ ਤੇਰੇ ਨਾਲ ਕਿਸੇ ਨੇ ਨਹੀਂ ਜਾਣਾ। ਇਨ ਤੇ ਕਹੋ ਤੁਮ ਕਵਨ ਸੁਨਾਤਾ। ਤੂੰ ਦੱਸ ਤੇਰੇ ਇਹ ਕਦੋਂ ਬਣੇ ਹਨ। ਇਹਨਾਂ ਵਿੱਚੋਂ ਕੌਣ ਤੇਰੇ ਨਾਲ ਜਾਣ ਵਾਲਾ ਹੈ,
कदों इन्हां ने तेरा लाभ कीता है। सारे दे सारे वखरे हन। ਜਿਹੜੇ पंज तत्त तैनू काबू करते हैं, काम क्रोध लोभ मोह हंकार, ਉਹੀ ਇਹਨਾਂ ਨੂੰ ਕਾਬੂ ਕਰਦੇ ਹਨ। ਤੇਰਾ ਤੇ ਇਹਨਾਂ ਦਾ ਸੰਬੰਧ ਸਿਰਫ ਤੇ ਸਿਰਫ ਇੱਕ ਸੰਗੀ ਵਾਲਾ ਹੈ। ਇਤਫਾਕ ਨਾਲ ਤੁਸੀਂ ਇਕੱਠੇ ਹੋ ਗਏ ਤੇ ਤੂੰ ਇਹਨਾਂ ਮੁਸਾਫਰਾਂ ਨੂੰ ਆਪਣੇ ਸਮਝ ਬੈਠਿਆ। ਇਹ ਭੁੱਲ ਹੀ ਗਿਆ ਕਿ ਤੂੰ ਵੀ ਇੱਕ ਮੁਸਾਫਰ ਹੀ ਹੈ। ਗੁਰੂ ਪਿਆਰਿਓ, ਬਾਲਮੀਕ ਕਹਿੰਦੇ ਨੇ ਬਹੁਤ ਧਾਰਮਿਕ ਪ੍ਰਾਣੀ ਇਸ ਧਰਤੀ ਉੱਤੇ ਹੋਇਆ। ਇੰਨਾ ਬਦਮਾਨ ਸੀ, ਰਾਮਚੰਦਰ ਦੇ ਪੈਦਾ ਹੋਣ ਤੋਂ ਪਹਿਲਾਂ ਹੀ ਰਮਾਇਣ ਲਿਖ ਦਿੱਤੀ। वेद व्यास अकल दा दाता बाल्मीक अपनी चढ़दी उम्र दे विच अथरी जवानी दे विच बेपरवाह डाके मारदा सी, लोकां नूं लुੱਟदा सी। एक दिन की होया देवनेत दे नाल ਉਹਦਾ ਡਾਕਾ ਨਾ ਵੱਜਿਆ। ਮੌਕੇ ਉੱਤੇ ਹਕੂਮਤ ਦੇ ਸੂਹੇ ਨੇ ਸੂਹ ਦੇ ਦਿੱਤੀ। ਪਹਿਰੇਦਾਰ ਆ ਗਏ ਤੇ ਲੁੱਟ ਹੈ ਜਿਹੜੀ ਉਹ ਵਿੱਚੇ ਰਹਿ ਗਈ। ਬੜਾ ਮਨ ਉਦਾਸ ਹੋਇਆ। ਘਰ ਨੂੰ ਆ ਰਿਹਾ ਜਿਵੇਂ ਸ਼ਿਕਾਰੀ ਸ਼ਿਕਾਰ ਤੋਂ ਬਿਨਾਂ, ਚੋਰ ਚੋਰੀ ਤੋਂ ਬਿਨਾਂ, ਚੁਗਲਖੋਰ ਚੁਗਲੀ ਤੋਂ ਬਿਨਾਂ ਅਫਸੋਸਿਆ ਜਾਂਦਾ ਹੈ। ਇਸੇ ਤਰ੍ਹਾਂ ਬੁਝਦੇ ਦੀਵੇ ਵਾਂਗੂ ਬਾਲਮੀਕ ਮੂੰਹ ਲਮਕਾਈ ਘਰ ਨੂੰ ਆ ਰਿਹਾ ਹੈ। ਲਟਕਾਏ ਹੋਏ ਮੂੰਹ ਨੇ ਦੇਖਿਆ ਤੇ ਅੱਗੇ ਇੱਕ बड़ा ਨੂਰ वाला प्राणी जा रहा है। कमर उत्ते एक थैला बन्निया होया है। लगदा इस तरह का है कि मोहरा हन, वो भी सोने दिया। जदों सुके हुए बूटे उत्ते पानी पै जाता है तां वो कुछ मिनटां दे विच अपने आप नूं ताज़ा करता है। गई हुई जिंदगी वापस आ जाती है। इस तरह मरझाए हुए बाल्मीक दे चेहरे उत्ते रंग आ गया कि ये मेरे काबू आ जाएगा। मैं तकड़ा हाँ, इनू लुट लेंदा हाँ, कोई है भी नहीं इहदी मदद करन वाला। ਉਹਨੂੰ ਲਲਕਾਰਦਾ ਹੈ, ਰੁਕ ਜਾ, ਸਾਰਾ ਧਨ ਮੈਨੂੰ ਵਾਪਸ ਦੇ ਦੇ। ਮੈਨੂੰ ਤੇਰੇ ਇਹ ਜਿਹੜੀ ਪੋਟਲੀ ਬੰਨੀ ਹੋਈ ਹੈ ਇਹ ਸਾਰੀ ਦੀ ਸਾਰੀ ਮੇਰੇ ਹਵਾਲੇ ਕਰ ਦੇ। ਉਸ ਵਿਅਕਤੀ ਨੇ ਪੋਟਲੀ ਖੋਲ ਕੇ ਬਾਲਮੀਕ ਦੇ ਅੱਗੇ ਰੱਖ ਦਿੱਤੀ, ਜਿਹੜੀ ਕਿ ਠੀਕਰੀਆਂ ਦੀ ਭਰੀ ਹੋਈ ਸੀ, ਮੋਹਰਾਂ ਦੀ ਨਹੀਂ ਸੀ। ਪੁੱਛਦਾ ਕਿ ਲੈ ਲੈ ਭਾਈ, ਤੇਰੇ ਕੰਮ ਆ ਜਾਣਗੀਆਂ। ਬਾਲਮੀਕ ਗੁੱਸੇ ਹੋਇਆ, ਤੂੰ ਮਜ਼ਾਕ ਕਰਦਾ ਹੈ ਮੈਨੂੰ, ਤੈਂ ਮਖੌਲ ਬਣਾਇਆ, ਤੈਨੂੰ ਮੈਂ ਮਾਰ ਦੇਵਾਂਗਾ। ਤੈਨੂੰ ਇਸ ਮਜ਼ਾਕ ਉੱਤੇ ਸਜ਼ਾ ਮਿਲੇਗੀ
ਕਹਿੰਦਾ ਹੈ, ਪਰ ਜਦੋਂ ਉਹ ਚੁੱਪ ਵਿਅਕਤੀ ਬੋਲਦਾ ਹੈ ਤਾਂ ਉਹਦੇ ਬੋਲ ਇਹਨੂੰ ਠਾਰ ਦਿੰਦੇ ਹਨ। ਕਹਿੰਦਾ ਹੈ, ਤੂੰ ਮਾਰ ਲੈ, ਕੁੱਟ ਲੈ, ਮੈਂ 4 ਦਿਨਾਂ ਤੋਂ ਤੈਨੂੰ ਉਡੀਕਦਾ ਹਾਂ। ਮੈਨੂੰ ਪਤਾ ਸੀ ਤੂੰ ਇੰਝ ਹੀ ਕਰੇਗਾ, ਪਰ ਪਹਿਲੇ 3 ਦਿਨ ਤੇਰਾ ਡਾਕਾ ਕਾਮਯਾਬ ਹੁੰਦਾ ਰਿਹਾ। ਤੂੰ ਫਟਾਫਟ ਇੱਥੋਂ ਗੁਜ਼ਰਦਾ ਰਿਹਾ, ਆਲੇ ਦੁਆਲੇ ਦੇਖਦਾ ਵੀ ਨਹੀਂ ਸੀ। ਧਨ ਤੇਰੇ ਕੋਲ ਸੀ ਤੇ ਘਰ ਦੀ ਕਾਹਲੀ, ਪਰ ਅੱਜ ਮੈਨੂੰ ਮੌਕਾ ਮਿਲ ਗਿਆ ਤੇਰੇ ਸਾਹਮਣੇ ਆਉਣ ਦਾ, ਤੇ ਤੈਂ ਮੈਨੂੰ ਲੁੱਟਣ ਦੇ ਲਈ ਲਲਕਾਰਿਆ ਹੈ। ਇਹ ਲੈ ਲੈ, ਲੁੱਟ ਲੈ। ਪਰ ਅੱਜ ਘਰ ਜਾ ਕੇ ਆਪਣੇ ਪਰਿਵਾਰ ਨੂੰ, ਆਪਣੇ ਮਿੱਤਰਾਂ ਨੂੰ, ਆਪਣੇ ਪੁੱਤਰਾਂ ਨੂੰ, ਆਪਣੀਆਂ ਧੀਆਂ ਨੂੰ ਤੇ ਆਪਣੀ ਘਰਵਾਲੀ ਨੂੰ ਇਹ ਪੁੱਛ ਲਵੀ ਕਿ ਤੁਸੀਂ ਮੇਰੇ ਹੋ, ਮੇਰੇ ਨਾਲ ਚੱਲੋਗੇ। ਜਦੋਂ ਮੈਨੂੰ ਮੌਤ ਆਈ ਮੇਰਾ ਸਾਥ ਦੇਵੋਗੇ। ਮੈਂ ਹਰ ਰੋਜ਼ ਤੁਹਾਨੂੰ ਧਨ ਲੈ ਕੇ ਆਉਂਦਾ ਹਾਂ, ਘਰ ਨੂੰ ਚਲਾਉਂਦਾ ਹਾਂ, ਲੁੱਟ ਲੁੱਟ ਕੇ ਤੁਹਾਡੀ ਰੋਜ਼ੀ ਦਾ ਇੰਤਜ਼ਾਮ ਕਰਦਾ ਹਾਂ। ਇਹ ਪੁੱਛ ਲਵੀ ਤੇ ਕੱਲ੍ਹ ਨੂੰ ਮੈਨੂੰ ਆ ਕੇ ਜਵਾਬ ਦੇ ਦਵੀ। ਮੈਂ ਇੱਥੇ ਹੀ ਬੈਠਾ ਮਿਲਾਂਗਾ। ਵਾਲਮੀਕ ਠੀਕਰੀਆਂ ਦੇਖ ਕੇ ਤੇ ਉਸ ਚਿਹਰੇ ਉੱਤੇ ਤਪ ਦੇਖ ਕੇ ਘਰ ਨੂੰ ਚਲੇ ਗਿਆ। ਸਵਾਲ ਆਪਣੇ ਆਪ ਤੋਂ ਪੁੱਛਦਾ ਗਿਆ। ਫਿਰ ਉਹੀ ਪ੍ਰਸ਼ਨ ਆਪਣੇ ਘਰ ਵਾਲਿਆਂ ਅੱਗੇ ਰੱਖ ਦਿੱਤੇ ਤੇ ਕਿਸੇ ਨੇ ਵੀ ਹਾਮੀ ਨਹੀਂ ਭਰੀ ਨਾਲ ਜਾਣ ਦੀ। ਕੱਲੇ ਦਾ ਕੱਲਾ ਬੜਾ ਦੁਖੀ ਹੋਇਆ। ਨੀਂਦ ਨਾ ਆਈ, ਉਡੀਕਦਾ ਰਿਹਾ ਕਦੋਂ ਸੂਰਜ ਚੜ੍ਹੇ ਤੇ ਕਦੋਂ ਮੈਂ ਉਸ ਮਹਾਂਪੁਰਸ਼ ਦੇ ਦਰਸ਼ਨ ਕਰਾਂ ਤੇ ਉਹਨੂੰ ਦੱਸ ਦੇਵਾਂ ਕਿ ਕੋਈ ਵੀ ਨਹੀਂ, ਕੱਲਾ ਹੀ ਹਾਂ, ਕੋਈ ਨਹੀਂ ਜਾਣਾ ਮੰਨਦਾ। ਮੈਂ ਤਾਂ ਇਹ ਵੀ ਪੁੱਛ ਲਿਆ ਕਿ ਮੈਂ ਇੰਨਾ ਕੁਝ ਕਰਦਾ ਹਾਂ ਤੁਹਾਡੇ ਲਈ, ਲੋਕਾਂ ਨੂੰ ਮਾਰਦਾ ਹਾਂ, ਲੁੱਟਦਾ ਹਾਂ, ਤੇ ਜਵਾਬ ਮੈਨੂੰ ਕਹਿੰਦੇ ਹਨ ਤੇਰੀ ਜ਼ਿੰਮੇਵਾਰੀ ਹੈ, ਤੇਰਾ ਪਾਲਣਾ, ਸਾਨੂੰ ਪੈਸਾ ਲੈ ਕੇ ਆਉਣਾ ਤੇਰਾ ਕਰਤੱਵਿਆ ਹੈ। ਪਰ ਮੇਰੇ ਲਈ ਉਹਨਾਂ ਦਾ ਕੋਈ ਕਰਤੱਵ ਨਹੀਂ ਹੈ। ਖੈਰ ਦੂਸਰੇ ਦਿਨ ਜਾ ਕੇ ਉਸ ਗੁਰੂ ਦੇ ਪਿਆਰੇ ਦੇ ਚਰਨ ਪਕੜ ਲੈਂਦਾ ਹੈ, ਰੋਂਦਾ ਹੈ ਕਿ ਕੋਈ ਨਹੀਂ ਮੰਨਦਾ, ਕੱਲਾ ਹੀ ਹਾਂ। ਦੂਸਰਾ ਸਵਾਲ ਉਸ ਮਹਾਂਪੁਰਸ਼ ਨੇ ਕੀਤਾ ਕਿ ਜੇ ਤੇਰੇ ਨਾਲ ਜਾਵਣ ਵਾਲਾ ਕੋਈ ਵੀ ਨਹੀਂ ਹੈ, ਫਿਰ ਤੂੰ ਆਪਣੇ ਆਪ ਨੂੰ ਦੋਸ਼ੀ ਕਿਉਂ ਬਣਾਉਂਦਾ ਹੈ? ਆਪਣਾ ਜੀਵਨ ਕਿਉਂ ਨਹੀਂ ਸੰਵਾਰਦਾ? ਧਨ ਦੇ ਨਾਲ ਨਹੀਂ ਬਣਨਾ ਤੇਰਾ ਕੰਮ, ਉਹ ਵੀ ਲੁੱਟੇ ਹੋਏ ਧਨ ਦੇ ਨਾਲ। ਕਮਾਈ ਕਰਨੀ ਹੈ ਤਾਂ ਨਾਮ ਦੀ ਕਰ, ਪ੍ਰੀਤਮ ਦੀ, ਆਰਾਧਨਾ ਦੀ, ਭਗਤੀ ਦੀ। ਰੋਂਦਾ ਝੱਲ ਨਹੀਂ ਹੁੰਦਾ, ਪਛਤਾਵਾ ਕਰਦਾ ਹੈ। ਪਰ ਸਾਧ ਜਨ ਨੇ ਆਪਣੇ ਹਿਰਦੇ ਦੇ ਨਾਲ ਲਗਾ ਲਿਆ, ਸਿਰ ਤੇ ਉੱਤੇ ਹੱਥ ਰੱਖ ਦਿੱਤਾ ਕਿ ਮਿਹਰ ਬਖਸ਼ਿਸ਼ ਪ੍ਰਭੂ ਦੀ ਤੈਨੂੰ ਮਿਲ ਜਾਵੇਗੀ। ਤੂੰ ਅੱਜ ਤੋਂ ਇਹ ਮਾੜੇ ਕੰਮ ਛੱਡ ਦੇ। ਕਹਿੰਦੇ ਹਨ ਕਹਾਣੀ ਹੈ
ਇਤਿਹਾਸ ਦੇ ਵਿੱਚੋਂ ਆਈ ਹੈ। ਯਕੀਨਨ ਇਤਿਹਾਸ ਲੱਗਿਆ ਹੋਵੇਗਾ ਨਾਲ, ਪਰ ਸੁਨੇਹਾ ਜ਼ਰੂਰ ਦਿੰਦੀ ਹੈ ਕਿ ਵਾਲਮੀਕ ਨੇ ਸਾਰਾ ਕੁਝ ਛੱਡ ਦਿੱਤਾ ਅਤੇ ਦੁਨੀਆ ਦਾ ਮਹਾ ਵਿਦਵਾਨ ਬਣ ਕੇ ਲੋਕਾਂ ਦੀ ਸੇਵਾ ਕਰਕੇ ਆਪਣਾ ਜੀਵਨ ਮੁਕਤ ਕਰਕੇ ਇਸ ਦੁਨੀਆ ਤੋਂ ਵਿਦਾ ਹੋਇਆ। ਗੁਰੂ ਪਿਆਰਿਓ, ਧੰਨ ਧੰਨ ਗੁਰੂ ਅਰਜਨ ਦੇਵ ਜੀ ਇਹੀ ਸੁਨੇਹਾ ਦਿੰਦੇ ਹਨ। ਸੁਤ ਮੀਤ ਕੁਟੁੰਬ ਔਰ ਬਨੇਤਾ, ਇਨ ਤੇ ਕਹੋ ਤੁਮ ਕਵਨ ਸਨਾਤਾ। ਰਾਜ ਰੰਗ ਮਾਇਆ ਵਿਸਤਾਰ, ਇਨ ਤੇ ਕਹੋ ਕਵਨ ਛੁਟਕਾਰ। ਤੇਰੇ ਰਾਜ ਰੰਗ, ਤੇਰੇ ਮਹਿਲ, ਤੇਰੇ ਧਨ ਦੌਲਤ, ਤੇਰੀ ਪਾਤਸ਼ਾਹੀ, ਤੇਰੀ ਬੱਲੇ ਬੱਲੇ, ਇਹਨਾਂ ਤੋਂ ਕੋਈ ਪਹਿਲਾਂ ਬਚਿਆ ਨਹੀਂ। ਤੂੰ ਕਿੱਦਾਂ ਬਚ ਜਾਵੇਂਗਾ? ਇਹ ਸਾਰੀ ਦੀ ਸਾਰੀ ਜ਼ਹਿਰ ਹੈ ਜਿਹੜੀ ਤੈਨੂੰ ਚੰਬੜੀ ਹੋਈ ਹੈ, ਤੇਰਾ ਨੁਕਸਾਨ ਹੀ ਕਰ ਰਹੀ ਹੈ। ਤੈਨੂੰ ਲੱਗ ਰਿਹਾ ਸ਼ਾਇਦ ਮਿੱਠਾ, ਪਰ ਇਹ ਜ਼ਹਿਰ ਹੈ। ਭੋਲਿਆ, ਜਦ ਇਸ ਬਿਮਾਰੀ ਨੇ ਤੈਨੂੰ ਠੱਗ ਲੈਣਾ ਹੈ, ਤੈਨੂੰ ਮਕਾਉਣਾ ਹੈ, ਫਿਰ ਤੂੰ ਇਹਦਾ ਇਲਾਜ ਲੱਭ। ਰਾਜ ਰੰਗ ਮਾਇਆ ਵਿਸਤਾਰ, ਇਨ ਤੇ ਕਹੋ ਕਵਨ ਛੁਟਕਾਰ। ਇਹਨਾਂ ਤੋਂ ਕੋਈ ਕਦੋਂ ਬਚਿਆ ਹੈ? ਕਦੋਂ ਇਹਨਾਂ ਤੋਂ ਸੁਰੱਖਿਅਤ ਹੋਇਆ ਹੈ? ਇਹ ਲਟੇਰੀਆਂ ਵਸਤਾਂ ਹਨ, ਸ਼ਾਨਾਂ ਸ਼ੌਕਤ ਵਾਲੀਆਂ, ਤੈਨੂੰ ਉੱਚਾ ਦਿਖਾਉਣ ਵਾਲੀਆਂ, ਅਸਲ 'ਚ ਤੈਨੂੰ ਥੱਲੇ ਲੈ ਕੇ ਜਾ ਰਹੀਆਂ ਹਨ। ਆਸਵ ਅਸਤ ਹਾਥੀ, ਆਸਵ ਹਸਤੀ ਰਥ ਸਵਾਰੀ। ਝੂਠਾ ਡੰਫ ਝੂਠ ਪਸਾਰੀ। ਘੋੜੇ, ਹਸਤੀ ਹਾਥੀ, ਰਥ, ਅਸਵਾਰੀ, ਮਹਿੰਗੀਆਂ ਅਸਵਾਰੀਆਂ, ਝੂਠਾ ਡੰਫ, ਇਹ ਸਾਰਾ ਦਿਖਾਵੇ ਦਾ ਮੇਲਾ। ਇਹ ਦੁਕਾਨ ਵੀ ਝੂਠੀ ਹੈ, ਸਾਰਾ ਕੁਛ ਝੂਠ ਉੱਤੇ ਆਧਾਰਿਤ ਹੈ, ਸੱਚ ਕੁਝ ਵੀ ਨਹੀਂ ਹੈ। ਸਾਰੇ ਦਾ ਸਾਰਾ ਫੇਕ, ਮਦਾਰੀ ਦੇ ਡਰਾਮੇ ਵਾਂਗੂ, ਇੱਕ ਦੁਨਿਆਵੀ ਮੂਵੀ ਦੇ ਵਾਂਗੂ। ਉਹਨਾਂ ਦਿਨਾਂ ਦੇ ਵਿੱਚ, ਪੁਰਾਣੇ ਸਮਿਆਂ ਦੇ ਵਿੱਚ, ਹਸਤੀ ਰਥ ਸਵਾਰੀ, ਇਹ ਕਰੋੜਪਤੀਆਂ, ਲੱਖਾਂ ਪਤੀਆਂ, ਅਮੀਰਾਂ ਲੋਕਾਂ ਦੀਆਂ ਸਵਾਰੀਆਂ ਹੁੰਦੀਆਂ ਸਨ। ਉਹਨਾਂ ਦੀ ਠਾਠ ਬਾਠ ਹੁੰਦੀ ਸੀ। ਗਰੀਬ ਦੀਆਂ ਲੱਤਾਂ ਹੀ ਉਹਦੀ ਸਵਾਰੀ ਸਨ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਤੂੰ ਇਹ ਦਿਖਾਵੇ ਦੀਆਂ ਸਵਾਰੀਆਂ ਦੇ ਵਿੱਚ ਫਸਿਆ ਹੋਇਆ ਹੈ, ਝੂਠ ਦੇ ਖਿਲਾਰੇ ਦੇ ਵਿੱਚ ਉਲਝਿਆ ਹੋਇਆ ਹੈ। ਇਹਨਾਂ ਨੇ ਤੇਰਾ ਕੋਈ ਭਲਾ ਨਹੀਂ ਕਰਨਾ। ਜਿੰਨੀ ਦੇਰ ਤੂੰ ਜਿਹਨੇ ਦਿੱਤੇ ਹਨ ਉਹਦਾ ਸ਼ੁਕਰਾਨਾ ਨਹੀਂ ਕਰਦਾ। ਇਹ ਤੈਨੂੰ ਬਿਲੋਂਗ ਨਹੀਂ ਕਰਦੇ, ਤੇਰੇ ਨਾਲ ਸੰਬੰਧਿਤ ਨਹੀਂ ਹਨ। ਇਹ ਮਾਇਆ ਦੇ ਦਾਸ ਹਨ। ਜਿੰਨੇ ਵੀ ਪਦਾਰਥ ਹਨ, ਮਾਇਆ ਤੈਨੂੰ ਠੱਗਦੀ ਹੈ, ਛਲਦੀ ਹੈ। ਤੂੰ ਸਮਝ, ਜਿਹੜਾ ਤੈਨੂੰ ਦੇ ਰਿਹਾ ਹੈ ਉਹ ਕੋਈ ਹੋਰ ਹੈ। ਉਹਦਾ ਸ਼ੁਕਰਾਨਾ ਕਰ। ਜਿਨ ਦੀਏ ਤਿਸ ਬੁਝੈ ਨਾ ਬਗਾਨਾ।
ਤੂੰ ਉਹਨੂੰ ਸਮਝਦਾ ਹੀ ਨਹੀਂ। ਜਿਹੜਾ ਦਾਤਾ ਹੈ, ਜਿਹੜਾ ਗਿਵਰ ਹੈ, ਤੇਰਾ ਦਿਮਾਗ ਕੰਮ ਨਹੀਂ ਕਰਦਾ, ਤੂੰ ਬੇਅਕਲ ਹੈ। ਜਿਹਨੇ ਤੈਨੂੰ ਸਹਾਰਾ ਦਿੱਤਾ ਹੈ ਉਹਦਾ ਧੰਨਵਾਦ ਕਰ। ਨਾਮ ਵਸਾਰ ਨਾਨਕ ਪਸ਼ੂਤਾਨਾ, ਤੂੰ ਉਹਦਾ ਨਾਮ ਭੁਲਾ ਕੇ ਪਸ਼ਚਾਤਾਪ ਕਰਦਾ ਹੈ ਕਿ ਮੈਂ ਲੇਟ ਹੋ ਗਿਆ, ਹੁਣ ਵੀ ਮੈਂ ਆਰਾਧਨਾ ਕਰਨੀ ਚਾਹੁੰਦਾ ਹਾਂ, ਪਰ ਲੋਕ ਕੀ ਕਹਿਣਗੇ ਕਿ ਹੁਣ ਡਰਦਾ ਹੈ, ਹੁਣ ਗੁਰੂ ਵੱਲ ਤੁਰ ਪਿਆ, ਪਹਿਲਾਂ ਖਿਆਲ ਨਹੀਂ ਕੀਤਾ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ, ਧੰਨ ਧੰਨ ਗੁਰੂ ਅਰਜਨ ਦੇਵ ਜੀ, ਕਿ ਪਹਿਲੀ ਗੱਲ ਤੂੰ ਲੇਟ ਕਦੇ ਵੀ ਨਹੀਂ। ਜਦੋਂ ਵੀ ਤੇਰੇ ਉੱਤੇ ਕਿਰਪਾ ਹੋਈ ਹੈ ਉਦੋਂ ਹੀ ਉਹਨੇ ਤੈਨੂੰ ਅਪਣਾ ਲਿਆ। ਤੂੰ ਧੰਨ ਹੈ, ਤੇਰੇ ਉੱਤੇ ਉਹਦੀ ਕਿਰਪਾ ਅਪਾਰ ਹੈ। ਉਹ ਬਖਸ਼ ਦਿੰਦਾ ਹੈ, ਸਜ਼ਾ ਦਿੰਦਾ ਹੀ ਨਹੀਂ। ਉਹਦੀ ਕੋਰਟ ਦੇ ਵਿੱਚ ਸਜ਼ਾ ਨਹੀਂ ਮਿਲਦੀ, ਮਾਫੀ ਮਿਲਦੀ ਹੈ। ਸਜ਼ਾ ਨਾਲ ਦੀ ਕੋਈ ਚੀਜ਼ ਹੈ ਹੀ ਨਹੀਂ, ਸੇਵਾ ਹੈ। ਸੇਵਾ ਇੱਕ ਮੌਕਾ ਹੈ ਤੇਰੇ ਕੋਲ ਉਹਨੂੰ ਪ੍ਰਾਪਤ ਕਰਨ ਦਾ। ਗੁਰੂ ਪਿਆਰਿਓ, ਇੱਕ ਵਾਰ ਅੰਗਰੇਜ਼ੀ ਦੇ ਵਿੱਚ ਇਸੇ ਪਦ ਨੂੰ ਵਿਚਾਰ ਲਈਏ, ਸੰਗ ਨ ਚਾਲਸ ਤੇਰੇ ਧਨਾ, ਤੂੰ ਕਿਆ ਲਪਟਾਵੈ ਮੂਰਖ ਬਨਾ। Wealth shall not go with you. Treasures, properties, your name is a false, will not accompany you after your death. Why you are clinging to this nonsense material, O foolish man, O foolish soul? Why you don't find the real friend, real God, truthful Lord, who can accompany you everywhere and never leave you alone? Sut, Meet, Kutumb और बनेता, इनते कहो तुम कवन सनाता। Sons, friends, family and wife, you think they are all yours, but they never benefit you. They are for themselves. They are doing everything to benefit themselves, not you. Neither one will go with you after when you die, man. You came alone and go alone. Who will help you? You never remember him. That's God, who always protect you. All these are false relations. Raj Rang Maya Bistar, Inte Kaho Kavan Shutkar. Dominion, revealment, and extension of health, extension of wealth and health. From these, say who has ever escaped. All these are so lovely, so attractive. Kingdom, enjoyments, piles of wealth. You think they are all yours, but neither one will accompany you. As hasti rat svari, ਝੂਠਾ ਡੰਬ ਝੂਠੀ ਪਸਾਰੀ।
झूठा डंप झूठ पसारी, horses, elephants, carriages, and all equipages are false. Show and false displays, everything is false. You are following the false. All will stay here. Nothing will go with you. You are ignorant. Definitely your mind is short. You don't remember the one who gave you, the one blessed you. Jin diye tis bujhe na bagana. You always kept yourself stranger from Lord. And in reality, He the one gave you everything. You should say thanks to Him. Always, always sing a song of Him. Jin diye tis bujhe na bagana, naam basar nanak pashtana. You never say thanks to Him. You never remember Him. You never meditate for Him. Always forgetting. Remember everything else. Now ultimately you repent. What benefit you can get now? Too late. Come back. Surrender yourself now. Never late. He will get you close. He will give you the love hug and make yourself forever His. ਗੁਰੂ ਪਿਆਰਿਓ, ਸੱਚੇ ਪਾਤਸ਼ਾਹ ਨੇ ਇਨਸਾਨ ਨੂੰ ਬਹੁਤ ਹੀ ਚੰਗੇ ਤਰੀਕੇ ਦੇ ਨਾਲ ਸਮਝਾਇਆ ਹੈ ਕਿ ਝੂਠੀ ਦੌਲਤ ਤੇਰੇ ਨਾਲ ਨਹੀਂ ਜਾਣੀ। ਤੂੰ ਚਿੰਬੜਿਆ ਪਿਆ ਹੈ। ਪੁੱਤਰ ਧੀਆਂ, ਪਰਿਵਾਰ ਮਿੱਤਰ, ਜੀਵਨ ਸਾਥੀ ਸਾਰੇ ਦੇ ਸਾਰੇ ਆਪਣੇ ਆਪ ਵਿੱਚ ਹਨ। ਤੇਰਾ ਕੋਈ ਵੀ ਨਹੀਂ ਹੈ। ਕਿਉਂ ਮਾਣ ਕਰਦਾ ਹੈ? ਇੱਕ ਪਰਦੇਸੀ ਕਿਸ ਤਰ੍ਹਾਂ ਦੂਸਰੇ 'ਤੇ ਯਕੀਨ ਕਰੇ? ਸਾਰੇ ਹੀ ਪਰਦੇਸੀ ਹਨ। ਕਿਹਨੇ ਕਿਹਦੇ ਕੋਲੋਂ ਕੁਝ ਖੱਟਿਆ ਹੈ? ਕੌਣ ਕਿਹਦਾ ਕਦੋਂ ਬਣਿਆ ਹੈ? ਇਹ ਧੁੱਪ ਸ਼ਾਮ ਦੀ ਛਾਇਆ ਹੈ। ਅੱਜ ਹੈ ਕੱਲ੍ਹ ਨਹੀਂ ਹੋਵੇਗੀ। ਇਹ ਰਾਜ, ਰੰਗ, ਪੈਸਾ, ਧੇਲਾ, ਮਹਿਮਾ, ਬੱਲੇ ਬੱਲੇ, ਸਾਰਾ ਖਲਾਰਾ, ਇਹ ਤੋਂ ਕੋਈ ਬਚਿਆ ਨਹੀਂ ਹੈ। ਸਾਰੇ ਦੇ ਸਾਰੇ ਫਸ ਗਏ। ਅਸ ਹਸਤੀ ਰਥ ਸਵਾਰੀ, ਝੂਠਾ ਡਫ ਝੂਠ ਪਸਾਰੀ। ਇਹ ਮਹਿੰਗੀਆਂ ਕਾਰਾਂ, ਸੋਹਣੇ ਸੋਹਣੇ ਘਰ, ਨਾਮ ਦੀ, ਉਸਤਤ ਦੀ, ਵਡਿਆਈ ਦੀ, ਬੱਲੇ ਬੱਲੇ। ਕਿੰਨਾ ਸੋਹਣਾ ਡਰਾਮਾ ਹੈ। ਕਿੰਨਾ ਸੋਹਣਾ ਮਹਿਮਾ ਦਾ ਮੇਲਾ ਲੱਗਿਆ ਹੋਇਆ ਹੈ। ਪ੍ਰਾਣੀ ਖੁਸ਼ ਹੈ। ਕਾਰਟੂਨ ਦੀ ਤਰ੍ਹਾਂ ਝੂਮ ਰਿਹਾ ਹੈ। ਜਿਵੇਂ ਸ਼ਰਾਬੀ ਸ਼ਰਾਬ ਦੇ ਨਸ਼ੇ ਦੇ ਵਿੱਚ, ਅਮਲੀ ਅਮਲ ਦੇ ਵਿੱਚ ਝੂਮਦਾ ਹੈ। ਇਹ ਮਾਇਆ ਦੇ ਨਸ਼ੇ ਦੇ ਵਿੱਚ ਮਸਤ ਹੈ। ਇਹ ਜਾਣਦਾ ਵੀ ਨਹੀਂ ਹੈ ਕਿ ਦੇਣ ਵਾਲਾ ਕੌਣ ਹੈ। ਉਹਦਾ ਕਦੇ ਸ਼ੁਕਰਾਨਾ ਹੀ ਕਰ ਦੇਵਾਂ। ਬਸ ਇਹੀ ਸੋਚਦਾ ਹੈ ਕਿ ਗਲਤੀ ਤਾਂ ਹੋ ਗਈ, ਭੁੱਲ ਤਾਂ ਮੈਂ ਗਿਆ, ਪਰ ਹੁਣ ਬਣੂਗਾ ਮੇਰਾ ਕੀ। ਇਹੀ ਸੋਚ ਕੇ ਟਾਈਮ ਕੱਢਦਾ ਹੈ, ਸਮਾਂ ਬਿਤਾਉਂਦਾ ਹੈ। ਪਰ ਮੂਰਖ ਨੂੰ ਇਹ ਨਹੀਂ ਪਤਾ ਕਿ ਮੈਂ ਅਜੇ ਵੀ ਬਖਸ਼ਿਆ ਜਾਵਾਂਗਾ। ਮੈਂ ਕਦੇ ਵੀ ਲੇਟ ਨਹੀਂ ਹਾਂ।
मेरा दाता कृपालू है, दयालू है, बख्शणहार है। गुरु प्यारिओ, सच्चे पातशाह ने मेहर कीती है। अज इन्ना ही। वाहिगुरू जी का खालसा, वाहिगुरू जी की फतेह।